ਵੈਲਕਮ ਟੂ ਲਾਈਫਸਟਾਈਲ ਵਿਦ ਮੀ ਵਿੱਚ ਇਸ ਵੇਲੇ ਅੱਜ ਮੇਰੇ ਨਾਲ ਮੌਜੂਦ ਹੈ ਸੈਂਡਰਿਨ ਕੌਰ ਜਿਹੜੇ ਕਿ ਅੰਮ੍ਰਿਤਸਰ ਤੋਂ ਸਿਡਨੀ ਕੇਪ ਬ੍ਰੈਟਨ ਨੋਵਾ ਸਕੋਸ਼ੀਆ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਤੇ 2018 ਚ ਆਏ ਸੀਗੇ। ਅਸੀਂ ਇਹਨਾਂ ਦੀ ਜਰਨੀ ਜਿਹੜੀ ਇਹਨਾਂ ਦਾ ਸਫ਼ਰ ਹੈ ਇੰਡੀਆ ਤੋਂ ਕੇਪ ਬ੍ਰੈਟਨ ਕੈਨੇਡਾ ਚ ਪਹੁੰਚਣ ਦਾ ਇਹਨਾਂ ਦੇ ਐਕਸਪੀਰੀਅੰਸਿਸ ਇਹ ਸਾਡੇ ਨਾਲ ਇੱਥੇ ਹੁਣ ਸ਼ੇਅਰ ਕਰਨਗੇ ਕਿ ਇਹ ਕਿਸ ਤਰ੍ਹਾਂ ਇਹਨਾਂ ਨੇ ਸਟੂਡੈਂਟ ਵੀਜ਼ਾ ਲੈ ਕੇ ਕੈਨੇਡਾ ਆਏ। ਸੋ ਸੈਂਡਰਿਨ ਕੌਰ ਲਈ ਮੇਰਾ ਪਹਿਲਾ ਪ੍ਰਸ਼ਨ ਹੈ ਕਿ ਇਹਨਾਂ ਨੇ ਕਦੋਂ ਡਿਸਾਈਡ ਕੀਤਾ ਕਿ ਇਹਨਾਂ ਨੇ ਕੈਨੇਡਾ ਜਾ ਕੇ ਪੜ੍ਹਾਈ ਕਰਨੀ ਹੈ ਸਟੂਡੈਂਟ ਵੀਜ਼ਾ ਲੈ ਕੇ। ਹੈਲੋ, ਥੈਂਕ ਯੂ ਨੀਰਜ ਫॉर ਇਨਵਾਈਟਿੰਗ ਮੀ। ਮੇਰਾ ਕੈਨੇਡਾ ਵਿੱਚ ਆਉਣ ਦਾ ਰੀਜ਼ਨ ਇਹੀ ਸੀਗਾ ਕਿਉਂਕਿ ਮੇਰੀ ਮੈਡੀਕਲ ਫੀਲਡ ਸੀਗੀ ਐਂਡ ਮੈਂ BSc ਕੀਤੀ ਹੋਈ ਸੀ ਬੈਕ ਫਰੋਮ ਇੰਡੀਆ। ਅਤੇ ਜਦੋਂ ਮੈਂ PSc ਕਰਦੀ ਸੀ ਆਈ ਫਾਈਂਡ ਇਟ ਆਊਟ ਕਿ ਕੈਨੇਡਾ ਵਿੱਚ ਬਹੁਤ ਸਾਰੀ ਓਪਰਚੁਨਿਟੀਜ਼ ਆ ਫॉर ਮੈਡੀਕਲ ਸਟੂਡੈਂਟਸ। ਸੋ ਆਫਟਰ ਕੰਪਲੀਟਿੰਗ ਮਾਈ ਬੈਚਲਰਸ ਆਈ ਡਿਸਾਈਡ ਕਿ ਮੈਂ ਕੈਨੇਡਾ ਵਿੱਚ ਆਪਣੀ ਫਰਦਰ ਸਟੱਡੀਜ਼ ਕਰਾਂਗੀ ਕਿਉਂਕਿ ਇੱਥੇ ਫਿਰ ਫਿਊਚਰ ਜੋਬ ਓਪਰਚੁਨਿਟੀਜ਼ ਬਹੁਤ ਜ਼ਿਆਦੀਆਂ ਨੇ। ਤੋ ਇਸ ਕਰਕੇ ਮੈਂ ਕੈਨੇਡਾ ਚੂਜ਼ ਕੀਤਾ ਫॉर ਮਾਈ ਫਰਦਰ ਸਟੱਡੀਜ਼। ਅਤੇ ਫਿਰ ਮੈਂ 2018 ਵਿੱਚ ਆਪਣਾ ਸਾਰਾ ਪ੍ਰੋਸੈਸ ਸਟਾਰਟ ਕੀਤਾ ਆਫਟਰ ਕੰਪਲੀਟਿੰਗ ਮਾਈ ਗ੍ਰੈਜੂਏਸ਼ਨ। ਅਤੇ 2018 ਐਟ ਦੀ ਐਂਡ ਮੇਰਾ ਵੀਜ਼ਾ ਲੱਗਿਆ ਸੀਗਾ ਐਂਡ ਜਨਵਰੀ 2019 ਤੋਂ ਮੇਰੀ ਇੱਥੇ ਕੈਨੇਡਾ ਸਟੱਡੀ ਸਟਾਰਟ ਹੋ ਗਈ ਸੀ ਅਤੇ ਫਿਰ ਮੈਂ ਦਸੰਬਰ 2018 ਵਿੱਚ ਇੱਥੇ ਆ ਗਈ ਸੀਗੀ। ਸੋ ਸੈਂਡਰਿਨ ਮੇਰਾ ਕੁਐਸਚਨ ਹੈ ਕਿ ਤੁਸੀਂ ਜਦੋਂ BSc ਕਰ ਰਹੇ ਸੀਗੇ ਰਾਈਟ ਤੁਸੀਂ ਉਹਦੀ BSc ਤੁਸੀਂ BSc ਕਰ ਰਹੇ ਸੀਗੇ ਤੇ ਉਸ ਵੇਲੇ ਤੁਸੀਂ ਡਿਸਾਈਡ ਕਰ ਲਿਆ ਕਿ ਖਤਮ ਕਰਕੇ ਸੋਚਿਆ ਸੀਗਾ ਕਿ ਮੈਂ ਆਪਣੀ ਸਟੱਡੀਜ਼ ਦੇ ਵਿੱਚ ਹੀ ਡਿਸਾਈਡ ਕੀਤਾ ਸੀਗਾ ਕਿਉਂਕਿ ਉੱਥੇ ਬਹੁਤ ਥੋੜ੍ਹੀਆਂ ਓਪਰਚੁਨਿਟੀਜ਼ ਸੀਗੀਆਂ ਕਿਉਂਕਿ ਉੱਥੇ ਸਰਵਾਈਵਲ ਆਫ ਦਾ ਫਿਟੈਸਟ ਜਿੱਦਾਂ ਮੇਰੀ ਥੋੜ੍ਹੀ ਮੈਡੀਓਕਰ ਸਟੱਡੀ ਸੀਗੀ। ਅਤੇ ਫਿਰ ਇਸ ਤਰ੍ਹਾਂ ਮੇਰੇ ਵੱਡੇ ਸਿਸਟਰ ਵੀ ਇੱਥੇ ਸੀਗੇ। ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਮੇਰੇ ਵਾਸਤੇ ਵਧੀਆ ਰਹੇਗਾ ਕਿ ਅਗਰ ਮੈਂ ਆਪਣੀ ਬੈਚਲਰਸ ਕੰਪਲੀਟ ਕਰਕੇ ਆਪਣੀ ਫਰਦਰ ਹਾਇਰ ਸਟੱਡੀਜ਼ ਕੈਨੇਡਾ ਵਿੱਚ ਆਣ ਕੇ ਕੰਪਲੀਟ ਕਰਾਂ ਅਤੇ ਉਸ ਤੋਂ ਬਾਅਦ ਮੇਰਾ ਫਿਰ ਇੱਥੇ ਜੋਬ ਓਪਰਚੁਨਿਟੀਜ਼ ਜ਼ਿਆਦਾ ਹੋ ਜਾਣਗੀਆਂ। ਅਤੇ ਫਿਰ ਜਦੋਂ ਤੁਸੀਂ ਆਪਣਾ BSc ਖਤਮ ਕਰ ਲਈ ਫਿਰ ਤੁਸੀਂ ਕੰਸਲਟਿੰਗ ਕੋਈ ਏਜੰਸੀ ਟਰੈਵਲ ਏਜੰਸੀ ਕਿਸੇ ਦੀ ਗਾਈਡੈਂਸ ਲਈ? ਹਾਂਜੀ ਮੈਂ ਗਾਈਡੈਂਸ ਲਈ ਸੀਗੀ। ਮੇਰੇ ਸਿਸਟਰ ਨੇ ਜਿਨ੍ਹਾਂ ਤੋਂ ਗਾਈਡੈਂਸ ਲਈ ਸੀਗੀ ਫਿਰ ਮੈਂ ਉਹਨਾਂ ਕੋਲ ਗਈ। ਉਹਨਾਂ ਨੇ ਮੈਨੂੰ ਇਹ ਸੁਜੈਸ਼ਨ ਦਿੱਤੀ ਕਿ ਮੈਂ ਸਿਡਨੀ ਕੇਪ ਬ੍ਰੈਟਨ ਵਿੱਚ ਆਪਣੀ ਸਟੱਡੀ ਵਧੀਆ ਕੋਰਸ ਵਿੱਚ ਕਰ ਸਕਦੀ ਹਾਂ। ਅਤੇ ਫਿਰ ਮੈਂ ਉਹਨਾਂ ਦੀ ਹੀ ਸਲਾਹ ਦੇ ਨਾਲ ਮੈਂ ਫਿਰ ਸਿਡਨੀ ਜਾਣ ਦਾ ਸੋਚਿਆ ਸੀਗਾ। ਫਿਰ ਉਹਨਾਂ ਦੇ ਨਾਲ ਏਜੰਸੀ ਜਿਹੜੀ ਹੈਗੀ ਪ੍ਰਾਈਵੇਟ ਏਜੰਸੀ? ਹਾਂਜੀ ਉਹਦੀ ਪ੍ਰਾਈਵੇਟ ਏਜੰਸੀ ਸੀ। ਅਤੇ ਫਿਰ ਉਹਨਾਂ ਨੇ ਤੁਹਾਨੂੰ ਗਾਈਡ ਕੀਤਾ ਕਿ ਤੁਸੀਂ ਕਿਹੜੇ ਯੂਨੀਵਰਸਿਟੀਆਂ 'ਚ ਅਪਲਾਈ ਕਰੋ, ਕਿਹੜੇ ਸ਼ਹਿਰ 'ਚ ਜਾਓ, ਕੈਨੇਡਾ ਦੇ ਕਿਹੜੇ ਸ਼ਹਿਰ 'ਚ ਜਾਓ? ਹਾਂਜੀ ਉਹਨਾਂ ਨੇ ਮੈਨੂੰ ਕਾਫੀ ਸਾਰੇ ਸ਼ਹਿਰਾਂ ਬਾਰੇ ਕਾਫੀ ਸਾਰੇ ਕੋਰਸਿਸ ਬਾਰੇ ਦੱਸਿਆ ਸੀਗਾ। ਲੇਕਿਨ ਫਿਰ ਜਦੋਂ ਅਸੀਂ ਆਖਿਆ ਕਿ ਤੁਸੀਂ ਕਿੱਥੇ ਤੁਹਾਨੂੰ ਕਿਹੜਾ ਸਭ ਤੋਂ ਬੈਸਟ ਲੱਗਦਾ ਹੈ ਅਤੇ ਉਹਨਾਂ ਨੇ ਫਿਰ ਮੈਨੂੰ ਸਿਡਨੀ ਕੇਪ ਬ੍ਰੈਟਨ ਯੂਨੀਵਰਸਿਟੀ ਬਾਰੇ ਕਿਹਾ ਸੀਗਾ ਕਿ ਇੱਥੇ ਤੁਹਾਨੂੰ ਵਧੀਆ ਮਾਸਟਰਸ ਡਿਗਰੀ ਮਿਲੇਗੀ ਅਤੇ ਮੇਰੀ ਮਾਸਟਰ ਡਿਗਰੀ ਬੈਚਲਰ ਇਨ ਹੈਲਥ ਸਾਇੰਸ ਪਬਲਿਕ ਹੈਲਥ ਵਿੱਚ ਹੈ। ਅਤੇ ਉਹਨਾਂ ਨੇ ਗਾਈਡ ਕੀਤਾ ਸੀਗਾ ਕਿ ਤੁਸੀਂ ਸਿਡਨੀ ਨੋਵਾ ਸਕੋਸ਼ੀਆ 'ਚ ਅਪਲਾਈ ਕਰੋ। ਤੁਸੀਂ ਹੋਰ ਵੀ ਕਈ ਯੂਨੀਵਰਸਿਟੀਜ਼ 'ਚ ਅਪਲਾਈ ਕੀਤਾ ਸੀ ਕਿ ਬਸ ਇੱਕੋ 'ਚ ਕੀਤਾ ਸੀ? ਮੈਂ ਹੋਰ ਵੀ ਟੋਰੋਂਟੋ ਅਪਲਾਈ ਕੀਤਾ ਸੀਗਾ ਅਤੇ ਉਹਦੇ ਵਿੱਚ ਮੈਨੂੰ ਆਫਰਸ ਵੀ ਆ ਗਈਆਂ ਸੀਗੀਆਂ ਅਤੇ ਬਟ ਉਹਨਾਂ ਦੀ ਇਹੀ ਸਲਾਹ ਸੀਗੀ ਕਿ ਇੱਥੇ ਮੇਰਾ ਕੋਰਸ ਵਧੀਆ ਹੈ ਪਬਲਿਕ ਹੈਲਥ ਵਾਲਾ ਕੋਰਸ ਹੈ ਕਿਉਂਕਿ ਇੱਥੇ ਫਿਰ ਮੈਡੀਕਲ ਰਿਲੇਟਿਡ ਕਾਫੀ ਸਾਰੀਆਂ ਓਪਰਚੁਨਿਟੀਜ਼ ਸੀਗੀਆਂ। ਜਿਹੜੀਆਂ ਟੋਰੋਂਟੋ ਸੀਗੀਆਂ ਉਹ ਪਬਲਿਕ ਹੈਲਥ ਦੇ ਨਾਲ ਰਿਲੇਟਿਡ ਨਹੀਂ ਕੋਰਸਿਸ ਸੀਗੇ। ਉਹ ਕੋਈ ਹੋਰ ਜਿਸ ਤਰ੍ਹਾਂ ਫੂਡ ਰਿਲੇਟਿਡ ਹੋ ਗਿਆ, ਚਾਈਲਡ ਕੇਅਰ ਹੋ ਗਿਆ, ਇਸ ਤਰ੍ਹਾਂ ਸੀਗਾ। ਬਟ ਪਬਲਿਕ ਹੈਲਥ ਕੇਪ ਬ੍ਰੈਟਨ। ਸੋ ਸੈਂਡਰਿਨ ਜਦੋਂ ਤੁਸੀਂ ਕੰਸਲਟਿੰਗ ਏਜੰਸੀ ਦੇ ਨਾਲ ਮਿਲੇ ਅਤੇ ਉਹਨਾਂ ਨੇ ਤੁਹਾਨੂੰ ਗਾਈਡ ਕੀਤਾ ਪਰ ਤੁਹਾਡੇ ਕੋਲ ਤਾਂ ਮੈਡੀਕਲ ਆਲਰੇਡੀ ਸੀਗਾ। ਹਾਂਜੀ। ਅਤੇ ਫਿਰ ਤੁਸੀਂ ਪਬਲਿਕ ਹੈਲਥ ਵਿੱਚ ਅਪਲਾਈ ਕੀਤਾ ਕੇਪ ਬ੍ਰੈਟਨ ਯੂਨੀਵਰਸਿਟੀ ਦੇ ਵਿੱਚ ਅਪਲਾਈ ਕੀਤਾ ਵਿੱਚ ਜਿਹੜੀ ਕਿ ਹੈਲੀਫੈਕਸ ਨੋਵਾ ਸਕੋਸ਼ੀਆ ਕੈਨੇਡਾ 'ਚ ਹੈ। ਅਤੇ ਫਿਰ ਤੁਹਾਨੂੰ ਐਡਮਿਸ਼ਨ ਮਿਲੀ। ਉਹ ਪ੍ਰੋਸੈਸ ਜਿਹੜਾ ਸੀਗਾ ਉਹਨਾਂ ਨੇ ਫਾਰਮਸ ਤੁਹਾਡੇ ਕੋਲ ਉੱਥੇ ਭਰਾ ਲਏ ਸਾਰੇ ਫਾਰਮਸ ਵਗੈਰਾ ਤੁਸੀਂ ਅਪਲਾਈ ਕੀਤਾ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰਤਾ ਕੈਨੇਡਾ ਦੀਆਂ। ਅਤੇ ਫਿਰ ਕਿੰਨਾ ਟਾਈਮ ਲੱਗਾ ਤੁਹਾਨੂੰ ਤੁਸੀਂ ਐਪਲੀਕੇਸ਼ਨ ਭੇਜ ਦਿੱਤੀਆਂ
ਉਹਨਾਂ ਨੇ ਯੂਨੀਵਰਸਿਟੀਜ਼ ਨੇ ਰਿਸਪੌਂਸ ਕੀਤਾ, ਕਿੰਨੇ ਟਾਈਮ 'ਚ ਰਿਸਪੌਂਸ ਕੀਤਾ? ਯੂਨੀਵਰਸਿਟੀ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੁੰਦਾ ਉਹ 45 ਡੇਜ਼ ਦਾ ਹੁੰਦਾ ਹੈ। 45 days। ਪਰ ਜਿਸ ਤਰ੍ਹਾਂ ਕਈਆਂ ਨੂੰ ਲੈਟਰ ਯੂਨੀਵਰਸਿਟੀਜ਼ ਤੋਂ 10 ਡੇਜ਼ 'ਚ ਆ ਜਾਂਦੀ ਹੈ, 15 ਡੇਜ਼ 'ਚ, ਬਟ ਮੈਕਸਿਮਮ 45 ਡੇਜ਼ 'ਚ ਆ ਹੀ ਜਾਂਦੀ ਹੈ ਸਭ ਨੂੰ। ਅਗਰ 45 ਡੇਜ਼ ਤੱਕ ਨਹੀਂ ਆਉਂਦੀ ਇਸ ਦਾ ਮਤਲਬ ਕਿ ਤੁਹਾਡੀ ਐਪਲੀਕੇਸ਼ਨ ਅਪਰੂਵ ਨਹੀਂ ਹੋਈ। ਫਿਰ ਉਹ ਆਫਰ ਲੈਟਰ ਸੀਗੀ, ਉਹ ਉਹਨਾਂ ਦੀ ਮੈਨੂੰ ਆ ਗਈ ਸੀ ਵਿਦਿਨ 30 ਡੇਜ਼। ਤੇ ਆਫਰ ਲੈਟਰ ਆਉਣ ਤੋਂ ਬਾਅਦ ਵਿੱਚ ਮੈਂ ਆਪਣਾ ਨੈਕਸਟ ਪ੍ਰੋਸੈਸ ਸਟਾਰਟ ਕੀਤਾ ਸੀ, ਜਿਹੜਾ ਕਿ ਮੈਂ ਯੂਨੀਵਰਸਿਟੀ ਵਿੱਚ ਮੈਂ ਆਪਣੀ ਫੀਸ ਪੇ ਕਰਨੀ, ਆਪਣਾ GIC ਅਕਾਊਂਟ ਬੈਂਕ ਵਿੱਚ ਖੁਲਵਾਉਣਾ। ਤੇ ਮੇਰੀ ਕੰਸਲਟੈਂਟ ਨੇ ਮੈਨੂੰ ਐਕਸਿਸ ਬੈਂਕ ਵਿੱਚ ਆਪਣਾ GIC ਅਕਾਊਂਟ ਦੀ ਪੇਮੈਂਟ ਕਿਹਾ ਸੀਗਾ ਕਿ ਤੁਸੀਂ ਆਪਣਾ GIC ਅਕਾਊਂਟ ਆਪਣਾ ਐਕਸਿਸ ਬੈਂਕ ਵਿੱਚ ਖੁਲਵਾਓ। ਤੇ ਜਿਹੜੀ ਯੂਨੀਵਰਸਿਟੀ ਦੀ ਫੀਸ ਸੀਗੀ ਉਹ ਸਿੱਧਾ ਯੂਨੀਵਰਸਿਟੀ ਵਿੱਚ ਡਿਪੋਜ਼ਿਟ ਕੀਤੀ ਸੀਗੀ। ਤੇ ਫਿਰ ਉਹਨਾਂ ਨੇ ਜਦੋਂ ਮੈਂ ਆਪਣੀ ਯੂਨੀਵਰਸਿਟੀ ਫੀਸ ਡਿਪੋਜ਼ਿਟ ਕੀਤੀ, ਫਿਰ ਅੱਗੇ ਉਹਨਾਂ ਦਾ 30 ਡੇਜ਼ ਦਾ ਪ੍ਰੋਸੈਸ ਸੀਗਾ ਕਿ ਉਹਨਾਂ ਨੇ ਆਪਾਂ ਨੂੰ ਮੈਨੂੰ ਰਿਸਿਪਟ ਭੇਜੀ। ਫਿਰ GIC ਜਿਹੜਾ ਮੈਂ ਖੋਲ੍ਹਿਆ ਸੀਗਾ, ਫਿਰ ਉਹ GIC ਮੇਰਾ ਅਪਰੂਵ ਹੋ ਕੇ ਉਹਦੀ ਲੈਟਰ ਮੈਨੂੰ ਹਫ਼ਤੇ 10 ਦਿਨ ਤੱਕ ਆਈ। ਫਿਰ ਆਫਰ ਲੈਟਰ, ਮੇਰੀ ਟ੍ਰਾਂਸਕ੍ਰਿਪਟ, ਮੇਰੇ ਫੀਸ ਦੀ ਰਿਸਿਪਟ ਐਂਡ ਮੇਰੇ ਜਿਹੜੇ ਬੈਂਕ ਦੀ ਰਿਸਿਪਟ ਸੀਗੀ, ਔਰ ਉਹਨਾਂ ਨੂੰ ਵਿਦਿਨ ਮੰਥ ਲੱਗ ਗਿਆ। ਫਿਰ ਇਸ ਤਰ੍ਹਾਂ ਸਾਰੇ ਫਾਰਮ ਇਕੱਠੇ ਕਰਕੇ ਇਹ ਸਾਰਾ ਪ੍ਰੋਸੈਸ ਵਿਦਿਨ 3 ਮਹੀਨੇ ਲੱਗੇ। ਉਸ ਤੋਂ ਬਾਅਦ ਮੈਂ ਆਪਣੀ ਫਾਈਲ ਲਗਾ ਸਕੀ। ਹਾਂਜੀ, ਕਿਉਂਕਿ ਉਸ ਦੇ ਵਿੱਚ ਇੱਕ ਮੈਡੀਕਲ ਵੀ ਹੋਣਾ ਹੁੰਦਾ ਹੈ, ਮੈਡੀਕਲ ਨੂੰ ਵੀ ਟਾਈਮ ਲੱਗਦਾ ਹੈ। ਆਪਾਂ ਅਪਾਇੰਟਮੈਂਟ ਲੈਂਦੇ ਨੇ ਤੇ ਆਪਣਾ ਮੈਡੀਕਲ ਹੁੰਦਾ ਹੈ, ਤੇ ਉਹ ਵੀ ਫਿਰ ਉਹ ਮੈਡੀਕਲ ਰਿਪੋਰਟ ਆਪਾਂ ਨੂੰ ਨਹੀਂ ਜਾਂਦੀ, ਉਹ ਸਿੱਧਾ ਐਮਬੈਸੀ ਨੂੰ ਹੀ ਜਾਂਦੀ ਹੈ। ਤੇ ਫਿਰ ਉਸ ਤੋਂ ਬਾਅਦ ਐਮਬੈਸੀ ਡਿਸੀਜ਼ਨ ਲੈਂਦੀ ਹੈ ਵੀਜ਼ੇ ਦਾ। ਤੇ ਮੈਂ ਵਾਪਸ ਜਾ ਰਹੀ ਸੀ ਕਿ ਕੰਸਲਟਿੰਗ ਏਜੰਸੀ ਤੇ ਤੁਸੀਂ ਕਹਿ ਰਹੇ ਸੀਗੇ ਕਿ ਕੋਈ ਗਵਰਨਮੈਂਟ ਏਜੰਸੀਜ਼ ਵੀ ਹੈਗੀਆਂ ਵਾ ਜਿਹੜੀਆਂ ਕਿ ਬੜੀਆਂ ਜੈਨੂਇਨ ਇਨਫੋਰਮੇਸ਼ਨ ਦਿੰਦੀਆਂ ਇਹ ਸਾਰੇ ਪ੍ਰੋਸੈਸ? ਹਾਂਜੀ, ਪ੍ਰਾਈਵੇਟ ਏਜੰਸੀਜ਼ ਵੀ ਹੈਗੀਆਂ, ਲੇਕਿਨ ਗਵਰਨਮੈਂਟ ਏਜੰਸੀਜ਼ ਵੀ ਹੈਗੀਆਂ ਨੇ, ਜਿੱਦਾਂ ਕਿ ਹਰ ਇੱਕ ਸ਼ਹਿਰ ਵਿੱਚ ਹੁੰਦੀਆਂ ਨੇ। ਜਿਹੜੀ ਗਵਰਨਮੈਂਟ ਏਜੰਸੀ ਮੈਨੂੰ ਪਤਾ ਹੈ ਉਹ IDP ਹੈ। ਆਪਾਂ ਜਿੱਦਾਂ ਆਪਣਾ ਆਇਲਸ ਦਾ ਪੇਪਰ ਵੀ ਹੁੰਦਾ ਹੈ IDP ਦਾ, ਤੇ ਜਿੱਦਾਂ ਫਿਰ ਉਹਨਾਂ ਦੀ ਏਜੰਸੀਜ਼ ਵੀ ਹੁੰਦੀਆਂ ਨੇ IDP ਕੰਸਲਟੈਂਟਸ। ਤੇ ਜਿਹੜੀ ਉਹ ਵਾਲੇ ਏਜੰਸੀਜ਼ ਨੇ ਉਹ ਕੋਈ ਆਪਣੇ ਕੋਲ ਫੀਸ ਚਾਰਜ ਨਹੀਂ ਕਰਦੀਆਂ। ਆਪਾਂ ਅਗਰ ਜਾਵਾਂਗੇ ਵੀ ਆਪਾਂ ਉਹਨਾਂ ਨੂੰ ਆਪਣੀ ਸਾਰੀ ਹਿਸਟਰੀ ਦੱਸਾਂਗੇ, ਉਹਨਾਂ ਨੇ ਆਪਣੀ ਹਿਸਟਰੀ ਨੂੰ ਦੇਖ ਕੇ ਆਪਾਂ ਨੂੰ ਗਾਈਡ ਕਰਨਾ ਹੈ ਕਿ ਹਾਂ ਤੁਸੀਂ ਇੱਥੇ ਤੁਸੀਂ ਆਹ ਕੋਰਸ ਵਿੱਚ ਐਲੀਜੀਬਲ ਹੋ, ਤੁਸੀਂ ਪ੍ਰੋਵਿੰਸ 'ਚ ਜਾ ਸਕਦੇ ਹੋ, ਤੁਹਾਨੂੰ ਇਹ ਪ੍ਰੋਵਿੰਸ ਅੱਛਾ ਰਹੇਗਾ, ਤੁਹਾਨੂੰ ਇਹ ਪ੍ਰੋਵਿੰਸ ਕਿੱਥੇ ਤੁਹਾਨੂੰ ਬੈਨੀਫਿਟਸ ਮਿਲਣਗੇ ਜ਼ਿਆਦਾ, ਉਹ ਫਿਰ ਉਹ ਆਪਾਂ ਨੂੰ ਗਾਈਡ ਕਰਦੀਆਂ ਵਿਦਆਊਟ ਐਨੀ ਕੋਸਟ। ਆਪਣੇ ਕੋਲ ਕੋਈ ਚਾਰਜ ਨਹੀਂ ਕਰਦੀਆਂ। ਹਾਂਜੀ, ਜਿਹੜੀਆਂ ਪ੍ਰਾਈਵੇਟ ਹੁੰਦੀਆਂ ਨੇ ਉਹ ਆਪਣੇ ਕੋਲ ਕੁਛ ਅਮਾਊਂਟ ਚਾਰਜ ਕਰਦੀਆਂ ਨੇ ਕਿ ਕੁਛ ਅਸੀਂ ਪਹਿਲੋਂ ਲਵਾਂਗੇ, ਕੁਛ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਇੱਦਾਂ ਲੈਂਦੇ ਹਾਂ। ਹਾਂਜੀ। ਤੇ ਫਿਰ ਜਦੋਂ ਤੁਸੀਂ ਪਹਿਲੇ ਤੇ ਆਇਲਸ ਕਲੀਅਰ ਕੀਤੇ, ਤੁਸੀਂ BSc ਕਰਕੇ ਆਇਲਸ ਕਲੀਅਰ ਕੀਤਾ? ਹਾਂਜੀ, ਮੈਂ BSc ਕਰਕੇ ਆਇਲਸ ਕਲੀਅਰ ਕੀਤੀ। ਜਿੱਦਾਂ ਮੈਂ ਬੈਚਲਰਸ ਕੀਤੀ ਹੋਈ ਸੀ, ਮੇਰੀ ਰਿਕੁਆਇਰਮੈਂਟ ਸੀਗੀ 6.5 ਓਵਰਆਲ ਐਂਡ 6 ਈਚ। ਜੇ 4 ਮੋਡਿਊਲਸ ਹੁੰਦੇ, 4 ਮੋਡਿਊਲਸ ਵਿੱਚੋਂ ਮੈਨੂੰ ਹਰ ਇੱਕ 'ਚੋਂ 6 ਈਚ ਦੀ ਰਿਕੁਆਇਰਮੈਂਟ ਸੀਗੀ। ਹਾਂਜੀ, ਫਿਰ ਤੁਸੀਂ ਉਹ ਕੰਪਲੀਟ ਕਰਕੇ ਫਿਰ ਤੁਸੀਂ ਕੰਸਲਟਿੰਗ ਏਜੰਸੀ? ਹਾਂਜੀ, ਉਹ ਕੰਪਲੀਟ ਕਰਕੇ ਫਿਰ ਮੈਂ ਕੰਸਲਟਿੰਗ ਏਜੰਸੀ ਕੋ ਗਈ। ਕਈ ਸਟੂਡੈਂਟਸ ਇੱਦਾਂ ਵੀ ਕਰਦੇ ਆ ਕਿ ਪਹਿਲੋਂ ਆਫਰ ਲੈਟਰ ਮੰਗਵਾ ਲੈਂਦੇ ਆ, ਕਿਉਂਕਿ ਕਈ ਕਾਲਜਸ ਵਿੱਚ ਸੀਟਸ ਬਹੁਤ ਜਲਦੀ ਭਰ ਜਾਂਦੀਆਂ ਹੈ। ਫਿਰ ਉਹ ਕਈ ਆਇਲਸ ਕਰਨ ਤੋਂ ਪਹਿਲਾਂ ਜਾਂ ਫਿਰ ਆਇਲਸ ਕਰਦੇ ਹੀ ਆਫਰ ਲੈਟਰ ਮੰਗਵਾ ਲੈਂਦੇ ਆ, ਤੇ ਫਿਰ ਆਪਣਾ ਆਇਲਸ ਵੀ ਬਾਅਦ ਵਿੱਚ ਕਲੀਅਰ ਕਰਦੇ ਨੇ। ਤੇ ਬਹੁਤ ਸਾਰੇ ਵੇਜ਼ ਨੇ, ਜਿੱਦਾਂ ਮੈਂ ਤਾਂ ਸਟੈਪ ਬਾਈ ਸਟੈਪ ਹੀ ਕੀਤਾ ਸੀਗਾ। ਪਹਿਲਾਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ, ਫਿਰ ਆਪਣੀ ਆਇਲਸ ਕੰਪਲੀਟ ਕੀਤੀ। ਉਸ ਤੋਂ ਬਾਅਦ ਵਿੱਚ ਫਿਰ ਮੈਂ ਆਪਣੇ ਏਜੰਟ ਕੋਲ ਗਈ, ਉਹਨਾਂ ਦੀ ਕੰਸਲਟੈਂਸੀ ਨਾਲ ਮੈਨੂੰ ਫਿਰ ਆਫਰ ਲੈਟਰ ਮੈਂ ਮੰਗਵਾਈ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਗਾਈਡੈਂਸ ਨਾਲ ਆਪਣੇ ਸਾਰਾ ਪ੍ਰੋਸੈਸ ਕੰਪਲੀਟ ਕੀਤਾ। ਫਿਰ ਤੁਸੀਂ ਸਾਰੇ ਫਾਰਮਸ ਸਾਰੇ ਭਰ ਲਏ, ਫਿਲ ਕਰ ਲਏ, ਰਿਸਪੌਂਸਿਸ ਆ ਗਈਆਂ ਤੁਹਾਨੂੰ ਯੂਨੀਵਰਸਿਟੀਆਂ ਤੋਂ, ਫਿਰ ਤੁਸੀਂ ਆਪਣੀ ਸਟੂਡੈਂਟ ਵੀਜ਼ਾ ਲਈ ਐਪਲੀਕੇਸ਼ਨ ਜਿਹੜੀ ਹੈਗੀ ਫਾਈਲ ਆਈ ਕੈਨੇਡੀਅਨ ਐਮਬੈਸੀ? ਹਾਂਜੀ, ਉਹਦਾ ਮੈਂ 2 ਕਾਲਜਸ ਵਿੱਚ ਅਪਲਾਈ ਕੀਤਾ ਸੀਗਾ। ਇੱਕ ਤਾਂ ਕੇਪ ਬ੍ਰੈਟਨ ਯੂਨੀਵਰਸਿਟੀ ਐਂਡ ਦੂਜਾ ਇੱਕ ਟੋਰੰਟੋ ਸੀਗਾ। ਤੇ ਦੋਨਾਂ ਵਿੱਚੋਂ ਮੈਨੂੰ ਆਫਰ ਲੈਟਰ ਆ ਗਈ ਸੀਗੀ, ਬਟ ਮੇਰੇ ਕੰਸਲਟੈਂਟ ਨੇ ਆਖਿਆ ਸੀਗਾ ਕਿ ਮੇਰੇ ਵਾਸਤੇ ਪਬਲਿਕ ਹੈਲਥ ਵਿੱਚ ਜਾਣਾ ਸਹੀ ਰਹੇਗਾ, ਕਿਉਂਕਿ ਪਬਲਿਕ ਹੈਲਥ ਵਿੱਚ ਫਿਰ ਅੱਗੇ ਬਹੁਤ ਸਾਰੀਆਂ ਓਪਰਚੁਨਿਟੀਜ਼ ਹੁੰਦੀਆਂ ਨੇ। ਹਾਂਜੀ,
ਪਬਲਿਕ ਹੈਲਥ। ਹਾਂਜੀ ਫਿਰ ਤੁਸੀਂ ਉੱਥੇ 2 ਸਾਲ ਦਾ ਕੋਰਸ ਕੀਤਾ? ਹਾਂਜੀ, ਉੱਥੇ ਫਿਰ ਮੇਰਾ 2 ਸਾਲ ਦਾ ਕੋਰਸ ਸੀਗਾ। ਕੋਰਸ ਫਿਰ ਤੁਸੀਂ ਆਏ 2018 ਦਸੰਬਰ ਦੇ ਵਿੱਚ, ਹਾਂਜੀ। ਤੇ ਫਿਰ ਜਦੋਂ ਤੁਸੀਂ ਸਿਡਨੀ ਨੋਵਾ ਸਕੋਸ਼ੀਆ ਪਹੁੰਚੇ ਹਾਂਜੀ। ਤੇ ਤੁਸੀਂ ਆਪਣੀਆਂ ਸਟੱਡੀਜ਼ ਸ਼ੁਰੂ ਕੀਤੀਆਂ, ਹਾਂਜੀ। ਤੇ ਜਿਹੜੀ ਤੁਸੀਂ, ਮੈਂ ਸੁਣਿਆ ਪਾਰਟ ਟਾਈਮ ਜੌਬ ਵੀ ਸਟੂਡੈਂਟਸ ਕਰ ਸਕਦੇ ਹਾਂਜੀ, ਕੈਨੇਡਾ 'ਚ? ਸਟੂਡੈਂਟ ਵਿਦਿਨ ਸਟੱਡੀ ਜਦੋਂ ਆਪਾਂ ਸਟੱਡੀ ਕਰਦੇ ਹਾਂ, ਆਪਾਂ ਇੱਕ ਹਫਤੇ ਦੇ 20 ਆਵਰਸ ਆਪਾਂ ਐਲੀਜੀਬਲ ਆ ਕਰਨ ਵਿੱਚ। ਇੱਕ ਵੀਕ 'ਚ ਆਪਾਂ 20 ਆਵਰਸ ਵਰਕ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਜਿਹੜਾ ਇੱਕ ਸਮਰ ਬ੍ਰੇਕ ਵੀ ਆਉਂਦੀ ਹੈ, ਜਿਹੜੀ ਕਿ ਮਈ ਟੂ ਅਗਸਤ ਵਿੱਚ ਹੁੰਦੀ ਹੈ ਸਮਰ ਬ੍ਰੇਕ। ਉਹ ਆਪਣੀ ਇੱਕ ਓਫੀਸ਼ੀਅਲ ਬ੍ਰੇਕ ਹੁੰਦੀ ਹੈ, ਤੇ ਉਹਦੇ ਵਿੱਚ ਆਪਾਂ ਫੁੱਲ ਟਾਈਮ ਕਰ ਸਕਦੇ ਆ ਉਹਦੇ ਵਿੱਚ, ਪਰ ਫਿਰ ਆਪਾਂ ਸਟੱਡੀ ਨਹੀਂ ਕਰ ਸਕਦੇ। ਤੇ ਮੈਂ ਇੱਦਾਂ ਕੀਤਾ ਸੀਗਾ, ਮੈਂ ਫਸਟ ਸਮੈਸਟਰ ਤੋਂ ਬਾਅਦ ਮੇਰੀ ਓਫੀਸ਼ੀਅਲ ਬ੍ਰੇਕ ਆ ਗਈ ਸੀ। ਅਗਰ ਮੈਂ ਚਾਹੁੰਦੀ ਤੇ ਮੈਂ ਉਹਦੇ ਵਿੱਚ ਆਪਣੀ ਸਟੱਡੀ ਕੰਟੀਨਿਊ ਵੀ ਕਰ ਸਕਦੀ ਸੀ, ਬਟ ਉਹ ਇੱਕ ਓਫੀਸ਼ੀਅਲ ਬ੍ਰੇਕ ਸੀਗਾ। ਆਪਾਂ ਨੂੰ ਯੂਨੀਵਰਸਿਟੀ ਵੱਲੋਂ ਕਿਹਾ ਜਾਂਦਾ ਹੈ ਕਿ ਤੁਹਾਡੀ ਬ੍ਰੇਕ ਹੈ ਕਿਉਂਕਿ ਸਮਰ ਵੈਕੇਸ਼ਨਸ ਨੇ। ਤੇ ਉਸ ਵਿੱਚ ਫਿਰ ਮੈਂ ਫੁੱਲ ਟਾਈਮ ਆਪਣਾ ਕੰਮ ਕੀਤਾ ਸੀਗਾ, ਸਟੱਡੀ ਤੋਂ ਬ੍ਰੇਕ ਲਈ ਸੀ, ਐਂਡ ਫਿਰ ਅਗੇਨ ਸੈਪਟੈਂਬਰ ਵਿੱਚ ਮੈਂ ਆਪਣੀ ਸਟੱਡੀ ਸਟਾਰਟ ਕੀਤੀ ਸੀਗੀ। ਤੇ ਇਸ ਤਰ੍ਹਾਂ ਕਈ ਸਟੂਡੈਂਟਸ ਇੱਦਾਂ ਕਰਦੇ ਨੇ, ਅਗਰ ਉਹਨਾਂ ਨੇ, ਜਿੱਦਾਂ ਮੇਰਾ 2 ਸਾਲਾਂ ਦੀ ਸਟੱਡੀ ਸੀ, ਮੈਂ ਆਪਣੇ 2 ਸਾਲਾਂ 'ਚ ਕੰਪਲੀਟ ਕੀਤੀ। ਕਈ ਸਟੂਡੈਂਟਸ ਦੀ ਸਟੱਡੀ 2 ਸਾਲਾਂ ਦੀ ਹੁੰਦੀ ਹੈ, ਲੇਕਿਨ ਉਹ ਜਲਦੀ ਕੰਪਲੀਟ ਕਰ ਲੈਂਦੇ ਨੇ। ਉਹ ਇੱਦਾਂ ਹੀ ਕੰਪਲੀਟ ਕਰਦੇ ਨੇ ਕਿ ਜਿਹੜੀ ਆਪਣੀ ਓਫੀਸ਼ੀਅਲ ਬ੍ਰੇਕ ਹੁੰਦੀ ਹੈ ਸਮਰ ਬ੍ਰੇਕ, ਉਹਦੇ ਵਿੱਚ ਉਹ ਬ੍ਰੇਕ ਨਹੀਂ ਲੈਂਦੇ, ਉਹਦੇ ਵਿੱਚ ਆਪਣੀ ਸਟੱਡੀ ਕੰਟੀਨਿਊ ਹੀ ਰੱਖਦੇ। ਤੇ ਇਸ ਕਰਕੇ ਉਹ ਆਪਣਾ 2 ਸਾਲਾਂ ਦਾ ਕੋਰਸ 1.5 ਜਾਂ 1 ਸਾਲ ਵਿੱਚ ਕੰਪਲੀਟ ਕਰ ਦਿੰਦੇ। ਹਾਂਜੀ। ਸੋ ਸੈਂਡਲੀ, ਤੁਸੀਂ ਵਰਕ ਸਟੂਡੈਂਟ ਵੀਜ਼ਾ 'ਤੇ ਹੋ, ਤੇ ਤੁਸੀਂ ਜੌਬ ਕਰ ਸਕਦੇ ਹੋ? ਐਜ਼ ਅ ਸਟੂਡੈਂਟ 20 ਆਵਰਸ ਐਲੀਜੀਬਲ ਆ ਸਟੂਡੈਂਟ ਕੰਮ ਕਰਨ ਵਾਸਤੇ, ਐਂਡ ਇਨ ਵਕੇਸ਼ਨ ਜਦੋਂ ਸਮਰ ਬ੍ਰੇਕ ਆ ਜਾਂਦੀ ਉਦੋਂ ਆਪਾਂ 40 ਆਵਰਸ ਐਲੀਜੀਬਲ ਹੁੰਦੇ ਆ ਕੰਮ ਕਰਨ ਵਿੱਚ। ਤੇ ਜਦੋਂ ਆਪਾਂ ਵਰਕ ਪਰਮਿਟ 'ਤੇ ਆ ਜਾਂਦੇ, ਜਦੋਂ ਆਪਣੀ ਸਟੱਡੀ ਕੰਪਲੀਟ ਹੋ ਜਾਂਦੀ ਹੈ, ਤੇ ਉਦੋਂ ਆਪਾਂ ਮਿਨੀਮਮ 40 ਆਵਰਸ, ਐਂਡ ਕਿਉਂਕਿ ਉਦੋਂ ਆਪਾਂ ਵਰਕ ਪਰਮਿਟ 'ਤੇ ਹੁੰਦੇ ਤੇ ਉਹਦੇ ਵਰਕ ਦੀ ਕੋਈ ਲਿਮਿਟ ਨਹੀਂ ਹੁੰਦੀ, ਆਪਾਂ 50 60 ਜਿੰਨੇ ਵੀ ਆਵਰਸ ਕੰਮ ਕਰਨਾ ਚਾਹੋ ਆਪਾਂ ਕਰ ਸਕਦੇ ਹਾਂ। ਬਟ ਐਜ਼ ਅ ਸਟੂਡੈਂਟ ਆਪਾਂ 20 ਆਵਰਸ ਐਲੀਜੀਬਲ ਆ ਵਰਕ ਕਰਨ ਵਾਸਤੇ, ਐਂਡ ਇਨ ਵਕੇਸ਼ਨਸ ਆਪਾਂ 40 ਆਵਰਸ ਕਰ ਸਕਦੇ ਹਾਂ। ਮੈਂ ਇੰਟਰਪਟ ਕਰਕੇ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗੀ ਕਿ ਉਹਨਾਂ ਨੂੰ ਬੜੀ ਆਵਾਜ਼ ਆ ਰਹੀ ਹੋਏਗੀ ਇਸ ਵੀਡੀਓ ਦੇ ਵਿੱਚ। ਐਕਚੁਅਲੀ ਬਾਹਰ ਨਾ ਰੇਨ ਸਟਾਰਮ ਚੱਲ ਰਿਹਾ, ਰਾਤ ਨੂੰ ਬੜੀ ਜ਼ਿਆਦਾ ਸਨੋ ਪਈ ਹੈ, 10 ਸੈਂਟੀਮੀਟਰ ਕੈਨੇਡਾ ਨੋਵਾ ਸਕੋਸ਼ੀਆ 'ਚ, ਤੇ ਹੁਣ ਸਵੇਰ ਦਾ ਇੱਥੇ ਰੇਨ ਸਟਾਰਮ ਚੱਲ ਰਿਹਾ ਤੇ ਫਰੀਜ਼ਿੰਗ ਰੇਨ ਵੀ ਪੈ ਰਹੀ ਹੈ। ਸੋ ਜਿਹੜੀ ਆਵਾਜ਼ਾਂ ਤੁਸੀਂ ਸੁਣ ਰਹੇ ਹੋ ਐਕਚੁਅਲੀ ਬਾਹਰੋਂ ਦੀ ਆ ਰਹੀਆਂ। ਤੇ ਮੈਂ ਆਪਣਾ ਅਗਲਾ ਕੁਐਸਚਨ ਪੁੱਛ ਰਹੀ ਹਾਂ ਸੈਂਡਲੀ ਨੂੰ ਕਿ ਇਹਨਾਂ ਨੇ ਵਰਕ ਪਰਮਿਟ ਲਈ ਅਪਲਾਈ ਕਰਤਾ। ਇਹਨਾਂ ਨੇ ਸਾਨੂੰ ਦੱਸਿਆ ਕਿ 20 ਆਵਰਸ 40 ਆਵਰਸ ਪਰ ਵੀਕ ਕੰਮ ਕਰ ਸਕਦੇ, ਤੇ ਜਦੋਂ ਵਰਕ ਪਰਮਿਟ ਮਿਲ ਜਾਂਦਾ ਤੇ 40 ਆਵਰਸ ਤੋਂ ਜ਼ਿਆਦਾ ਵੀ ਕੰਮ ਕਰ ਸਕਦੇ ਆ। ਤੇ ਮੈਂ ਪੁੱਛਾਂਗੀ ਕਿ ਇਹਨਾਂ ਨੇ ਵਰਕ ਪਰਮਿਟ ਲਈ ਅਪਲਾਈ ਕੀਤਾ ਹੈ, ਤੇ ਇਹਨਾਂ ਨੇ ਕਿੰਨੀ ਜਲਦੀ ਇਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ? ਹਾਂਜੀ, ਸਟੱਡੀ ਆਪਣੀ ਜਦੋਂ ਸਾਰੀ ਸਟੱਡੀ ਕੰਪਲੀਟ ਹੋ ਜਾਂਦੀ, ਉਸ ਤੋਂ ਬਾਅਦ ਆਪਣਾ ਨੈਕਸਟ ਪ੍ਰੋਸੈਸ ਇਹ ਹੁੰਦਾ ਆਪਾਂ ਵਰਕ ਪਰਮਿਟ ਅਪਲਾਈ ਕਰੀਏ। ਵਰਕ ਪਰਮਿਟ ਅਪਲਾਈ ਕਰਨ ਵਾਸਤੇ ਆਪਾਂ ਨੂੰ ਯੂਨੀਵਰਸਿਟੀ ਤੋਂ ਕੰਪਲੀਸ਼ਨ ਲੈਟਰ ਐਂਡ ਟ੍ਰਾਂਸਕ੍ਰਿਪਟ, 2 ਚੀਜ਼ਾਂ ਦੀ ਲੋੜ ਹੁੰਦੀ ਹੈ। ਤੇ ਕੰਪਲੀਸ਼ਨ ਲੈਟਰ ਐਂਡ ਟ੍ਰਾਂਸਕ੍ਰਿਪਟ ਵਿਦਿਨ ਅ ਮੰਥ ਆ ਜਾਂਦੀ ਹੈ, ਤੇ ਜਦੋਂ ਉਹ ਆ ਜਾਂਦੀ ਉਸ ਤੋਂ ਬਾਅਦ ਆਪਾਂ ਆਪਣਾ ਵਰਕ ਪਰਮਿਟ ਅਪਲਾਈ ਕਰਨ ਲਈ ਐਲੀਜੀਬਲ ਹੁੰਦੇ ਨੇ। ਤੇ ਵਰਕ ਪਰਮਿਟ ਜਦੋਂ ਆਪਾਂ ਅਪਲਾਈ ਕਰ ਦਿੰਦੇ ਨੇ, ਉਸ ਤੋਂ ਬਾਅਦ ਵਰਕ ਪਰਮਿਟ 3 ਮਹੀਨੇ ਦੇ ਅੰਦਰ ਆਉਂਦਾ, ਤੇ 3 ਮਹੀਨੇ ਦੇ ਅੰਦਰ ਵਰਕ ਪਰਮਿਟ ਆਉਣ ਤੋਂ ਬਾਅਦ ਵਿੱਚ ਆਪਾਂ ਫਿਰ ਉਸ ਤੋਂ ਬਾਅਦ ਜਿਹੜੇ ਵੀ ਆਪਣੇ ਆਵਰਸ ਹੁੰਦੇ ਨੇ ਆਪਣੇ ਕੈਲਕੂਲੇਟ ਹੋਣੇ ਸਟਾਰਟ ਹੋ ਜਾਂਦੇ ਨੇ। ਤੇ ਜਦੋਂ ਆਪਾਂ ਵਰਕ ਪਰਮਿਟ 'ਤੇ ਹੁੰਦੇ ਨੇ ਉਦੋਂ ਆਪਾਂ ਨੂੰ ਫੁੱਲ ਟਾਈਮ ਜੌਬ ਚਾਹੀਦੀ ਹੁੰਦੀ ਹੈ ਆਪਾਂ ਨੂੰ PR ਅਪਲਾਈ ਕਰਨ ਵਾਸਤੇ। ਤੇ ਜਦੋਂ ਫੁੱਲ ਟਾਈਮ ਜੌਬ ਵਿੱਚ ਆਪਣੇ ਕੁਝ ਆਵਰਸ ਹੁੰਦੇ ਨੇ 1500 1600 ਆਵਰਸ, ਜਦੋਂ ਆਪਣੇ ਉਹ ਪੂਰੇ ਹੋ ਜਾਂਦੇ ਨੇ ਆਪਾਂ ਉਹ PR ਅਪਲਾਈ ਤੋਂ ਬਾਅਦ ਕਰਨ ਲਈ ਐਲੀਜੀਬਲ ਹੋ ਜਾਂਦੇ ਨੇ। ਸੋ ਸੈਂਡਲੀ ਤੋਂ ਮੇਰਾ ਅਖੀਰਲਾ ਸਵਾਲ ਇਹ ਹੈ ਕਿ ਇਹਨਾਂ ਨੇ ਪੜ੍ਹਾਈ ਖਤਮ ਕਰ ਲਈ ਹੈ, ਇਹਨਾਂ ਨੇ ਹੁਣ ਜੌਬ ਦੀ ਵੀ ਤਲਾਸ਼ 'ਚ ਹੈਗੇ ਹੈ, ਤੇ ਹੁਣ ਇਹ PR ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਤੁਸੀਂ ਕੈਨੇਡਾ 'ਚ ਆ ਕੇ ਲੈ ਸਕਦੇ ਹੋ, ਉਹਦੇ ਲਈ ਕਦੋਂ ਅਪਲਾਈ ਕਰਨਗੇ ਤੇ ਉਹਦੇ ਪ੍ਰੋਸੈਸ ਕੀ ਹੈਗਾ? ਹਾਂਜੀ, PR ਦਾ ਪ੍ਰੋਸੈਸ ਇਹ ਹੈ ਕਿ ਫਸਟ ਆਫ ਆਲ ਆਪਾਂ ਨੂੰ ਜਿਹੜੀ ਆਵਰਸ ਨੇ ਕੰਮ ਦੇ ਵਰਕ ਪਰਮਿਟ ਵਿੱਚ ਵਰਕ ਪਰਮਿਟ ਜਿਹੜਾ ਆਪਾਂ ਨੂੰ ਮਿਲਿਆ ਨੇ ਉਹਦੇ ਵਿੱਚ ਜਿਹੜੇ ਆਵਰਸ ਨੇ ਉਹ ਆਪਾਂ ਪੂਰੇ ਕਰਨੇ ਨੇ। ਉਸ ਤੋਂ ਬਾਅਦ ਆਪਾਂ IELTS ਦਾ ਜਨਰਲ ਟ੍ਰੇਨਿੰਗ ਟੈਸਟ ਉਹ ਆਪਾਂ ਕਲੀਅਰ ਕਰਨਾ ਹੈ, ਤੇ ਵਰਕ ਪਰਮਿਟ ਵਰਕ ਦੇ ਆਵਰਸ ਐਂਡ IELTS ਦੀ ਰਿਕੁਆਇਰਮੈਂਟ ਪੂਰੀ ਕਰਨ ਤੋਂ ਬਾਅਦ ਆਪਾਂ PR ਲਈ ਐਲੀਜੀਬਲ ਆ।
ਪੀਆਰ ਦੇ ਵੱਖਰੇ ਵੱਖਰੇ ਪੁਆਇੰਟਸ ਹੁੰਦੇ ਨੇ। ਜਿਸ ਤਰ੍ਹਾਂ ਜਿਨ੍ਹਾਂ ਨੇ ਇੰਡੀਆ ਤੋਂ ਬੈਚਲਰਸ ਕੀਤੀ ਹੈ ਉਹਨਾਂ ਨੂੰ ਪੁਆਇੰਟਸ ਮਿਲਦੇ ਨੇ। ਜਿਨ੍ਹਾਂ ਨੇ ਇੰਡੀਆ ਤੋਂ +2 ਤੋਂ ਬਾਅਦ ਆਏ ਹੁੰਦੇ ਨੇ ਉਹਨਾਂ ਨੂੰ ਥੋੜ੍ਹੇ ਘੱਟ ਪੁਆਇੰਟਸ ਮਿਲਦੇ ਨੇ। ਅਤੇ ਜਿਨ੍ਹਾਂ ਦਾ ਅਗਰ ਕੋਈ ਸਕਾ ਭੈਣ ਭਰਾ ਇੱਥੇ ਹੁੰਦਾ ਨੇ ਉਹਨਾਂ ਦੇ ਵੀ ਪੁਆਇੰਟਸ ਮਿਲਦੇ ਨੇ, 15 ਪੁਆਇੰਟਸ ਉਹਦੇ ਹੁੰਦੇ ਨੇ। ਅਤੇ ਇਸ ਤਰ੍ਹਾਂ ਫਿਰ ਪੁਆਇੰਟਸ ਜਦੋਂ ਇਕੱਠੇ ਕਰਕੇ ਅਤੇ ਕੋਈ ਐਲੀਜੀਬਿਲਿਟੀ ਹੁੰਦੀ ਹੈ, ਆਪਾਂ ਉਹ ਕ੍ਰਾਈਟੇਰੀਆ ਤੱਕ ਅਗਰ ਪਹੁੰਚ ਜਾਂਦੇ ਨੇ ਅਤੇ ਆਪਾਂ ਫਿਰ ਪੀਆਰ ਵਾਸਤੇ ਐਲੀਜੀਬਲ ਹੈਗੇ, ਆਪਾਂ ਫਿਰ ਪੀਆਰ ਫਿਰ ਉਦੋਂ ਅਪਲਾਈ ਕਰ ਸਕਦੇ। ਤੇ ਤੁਸੀਂ ਜਦੋਂ ਪੀਆਰ ਲਈ ਅਪਲਾਈ ਕਰਦੇ ਹੋ, ਮੈਂ ਸੁਣਿਆ ਕਿ ਨੋਵਾ ਸਕੋਸ਼ੀਆ ਦੇ ਵਿੱਚ ਇੱਥੇ ਜਲਦੀ ਮਿਲ ਜਾਂਦਾ ਜਾਂ ਘੱਟ ਪੁਆਇੰਟ ਤੁਹਾਨੂੰ ਲੈਣੇ ਪੈਂਦੇ ਕੰਪੇਅਰ ਟੂ ontario? ਹਾਂਜੀ, ਇਹ ਸਹੀ ਹੈ। ontario ਵਿੱਚ ਇੱਦਾਂ ਹੀ, ontario ਵਿੱਚ ਜਿੱਦਾਂ IELTS ਦੀ ਰਿਕੁਆਇਰਮੈਂਟ ਜ਼ਿਆਦਾ ਹੈ। ਜਿਸ ਤਰ੍ਹਾਂ ਜਿਹੜੇ ਸਟੂਡੈਂਟ +2 ਤੋਂ ਬਾਅਦ ਆਉਂਦੇ ਨੇ ਉਹਨਾਂ ਵਾਸਤੇ ontario ਵਿੱਚ ਥੋੜ੍ਹਾ ਪੀਆਰ ਲੈਣਾ ਡਿਫੀਕਲਟ ਹੁੰਦਾ ਹੈ, ਕਿਉਂਕਿ ਪੀਆਰ ਇੱਕ ਤਾਂ ਉੱਥੇ ਸਟੂਡੈਂਟਸ ਬਹੁਤ ਜ਼ਿਆਦਾ ਨੇ ਅਤੇ ਪੀਆਰ ਦੀ ਜਿਹੜੀ ਪ੍ਰੋਸੈਸਿੰਗ ਆ, ਫਾਈਲਸ ਦੀ ਜਿਹੜੀ ਪ੍ਰੋਸੈਸਿੰਗ ਆ ਬਹੁਤ ਜਲਦੀ ਭਰ ਜਾਂਦੀ ਹੈ। ਅਤੇ ਜਿਹੜਾ ਨੋਵਾ ਸਕੋਸ਼ੀਆ ਐਜ਼ ਕੰਪੇਅਰ ਟੂ ontario ਇੱਥੇ ਥੋੜ੍ਹੇ ਪੁਆਇੰਟਸ ਘੱਟ ਨੇ। ontario ਵਿੱਚ ਆਪਾਂ ਨੂੰ IELTS ਦੇ ਥੋੜ੍ਹੇ ਜ਼ਿਆਦਾ ਬੈਂਡ ਚਾਹੀਦੇ ਹੁੰਦੇ ਨੇ ਅਤੇ ਨੋਵਾ ਸਕੋਸ਼ੀਆ ਵਿੱਚ ਥੋੜ੍ਹੇ 5.5-6 ਵੀ ਅਗਰ ਹੋਣ, ਥੋੜ੍ਹੇ ਘੱਟ ਵੀ ਹੋਣ ਅਤੇ ਆਪਾਂ ਐਲੀਜੀਬਲ ਹੈਗੇ ਆ। ਕਿਉਂਕਿ ਪੀਆਰ ਨੋਵਾ ਸਕੋਸ਼ੀਆ ਜਿਹੜੀ ਪੀਆਰ ਦੀ ਰਿਕੁਆਇਰਮੈਂਟ ਆ ਉਹਦੇ ਵਾਸਤੇ ਪੁਆਇੰਟਸ ਘੱਟ ਨੇ। ਹਾਂਜੀ। ਤੇ ਫਿਰ ਜਦੋਂ ਤੁਸੀਂ ਅਪਲਾਈ ਕਰਦੇ ਹੋ ਤੇ ਤੁਹਾਨੂੰ ਪਤਾ ਕਿੰਨਾ ਟਾਈਮ ਲੱਗਦਾ ਪੀਆਰ ਮਿਲਣ 'ਚ? ਕਿੰਨਾ ਟਾਈਮ ਲੱਗਦਾ ਜਦੋਂ ਫਾਈਲ ਸਾਰੀ ਪ੍ਰੋਸੈਸ ਟੋਟਲ ਟਾਈਮ ਕਿੰਨਾ ਲੱਗਦਾ? ਟਾਈਮ ਇਹ ਹੁੰਦਾ ਵਾ ਆਪਾਂ ਕਿਹੜੀ ਕੈਟੇਗਰੀ 'ਚ ਪੀਆਰ ਲਾਈਏ। ਜਿੱਦਾਂ ਜਿਹੜੀ ਨੋਵਾ ਸਕੋਸ਼ੀਆ ਵਿੱਚ ਜਿਹੜੀਆਂ AIPP ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ, ਇਹਦੇ ਵਿੱਚ ਅਗਰ ਆਪਾਂ ਪੀਆਰ ਲਾਉਂਦੇ ਆ ਅਤੇ ਆਪਾਂ 6 ਮਹੀਨੇ ਤੋਂ ਬਾਅਦ ਐਲੀਜੀਬਲ ਹੁੰਦੇ ਆ ਪੀਆਰ ਅਪਲਾਈ ਕਰਨ ਵਾਸਤੇ। ਅਤੇ ਇੱਕ ਹੁੰਦੀ ਆ PNP, ਅਤੇ PNP ਵਿੱਚ ਆਪਾਂ ਨੂੰ ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਅਤੇ ਇੰਪਲੋਇਰ ਕੋਲੋਂ ਆਪਾਂ ਕੋਈ ਲੈਟਰ ਲਈਏ, ਜਿਸ ਤਰ੍ਹਾਂ ਇੰਪਲੋਇਰ ਆਪਾਂ ਨੂੰ ਲੈਟਰ ਲਿਖ ਕੇ ਦੇਵੇ ਕਿ ਹਾਂਜੀ ਇਹ ਇੰਪਲੋਏ ਸਾਡੇ ਅੰਡਰ ਕੰਮ ਕਰਦਾ ਰਿਹਾ ਹੈ। ਅਤੇ ਇਹ ਫਿਰ PNP ਫਿਰ ਸਾਲ ਤੋਂ ਬਾਅਦ, ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਫਿਰ ਆਪਾਂ PNP ਲਾ ਸਕਦੇ ਹਾਂ। ਹਾਂਜੀ। ਅਤੇ ਪੀਆਰ ਲਾਉਣ ਵਾਸਤੇ ਆਪਾਂ ਨੂੰ ਇੱਕ ਜੋਬ ਦੀ ਗ੍ਰੇਡ ਹੁੰਦੀ ਆ, B ਗ੍ਰੇਡ ਜੋਬ, A ਗ੍ਰੇਡ ਜੋਬ ਜਾਂ O ਗ੍ਰੇਡ ਜੋਬ, ਉਹ ਵਾਲੀ ਜੋਬ ਆਪਾਂ ਨੂੰ ਚਾਹੀਦੀ ਹੁੰਦੀ ਹੈ। ਇਹ ਜੋਬ B ਗ੍ਰੇਡ ਜੋਬ ਕਿਹੜੀ ਹੁੰਦੀ ਹੈ? ਇਹ ਹੁੰਦੀ ਹੈ ਕਿ ਆਪਾਂ ਨੂੰ ਇੱਕ ਕੁੱਕ ਦੀ ਪੋਜੀਸ਼ਨ ਚਾਹੀਦੀ ਹੁੰਦੀ ਹੈ। ਹਾਂਜੀ। ਜਿਸ ਤਰ੍ਹਾਂ ਟਿਮ ਹਾਰਟਨਸ ਹੋ ਗਿਆ, ਮੈਕਡੋਨਲਡਸ ਹੋ ਗਿਆ, ਮੋਸਟਲੀ ਸਟੂਡੈਂਟਸ ਇੱਥੋਂ ਆਪਣੀ ਪੀਆਰ ਦਾ ਪ੍ਰੋਸੈਸ ਕਰਦੇ ਨੇ ਕਿਉਂਕਿ ਇੱਥੇ ਕੁੱਕ ਦੀ ਪੋਜੀਸ਼ਨ ਮਿਲ ਜਾਂਦੀ ਹੈ। ਜਾਂ ਫਿਰ ਆਪਾਂ ਨੂੰ ਇੱਕ ਸੁਪਰਵਾਈਜ਼ਰ ਜਾਂ ਮੈਨੇਜਰ, ਜਿਸ ਤਰ੍ਹਾਂ ਟਿਮ ਹਾਰਟਨ, KFC ਜਿਹੜੀਆਂ ਵੀ ਫੂਡ ਚੇਨਸ ਹੈਗੀਆਂ ਨੇ, ਇਹਦੇ ਵਿੱਚ ਆਪਾਂ ਨੂੰ ਮੈਨੇਜਰ ਦੀ ਪੋਜੀਸ਼ਨ ਅਗਰ ਮਿਲ ਜਾਂਦੀ ਹੈ, ਉਹ ਫਿਰ ਜੋਬ B ਗ੍ਰੇਡ ਜੋਬ 'ਚ ਆ ਜਾਂਦੀ ਹੈ ਅਤੇ ਉਹਦੇ ਵਿੱਚ ਫਿਰ ਆਪਾਂ ਪੀਆਰ ਅਪਲਾਈ ਕਰ ਸਕਦੇ ਹਾਂ। ਹਾਂਜੀ। ਸੋ ਸੈਂਡਲਿਨ, ਤੁਸੀਂ ਇੰਡੀਆ 'ਚ ਜਿਹੜੇ ਲੋਕੀ ਸਟੂਡੈਂਟ ਵੀਜ਼ਾ ਲਵਾਉਣਾ ਚਾਹੁੰਦੇ, ਕੈਨੇਡਾ ਆਉਣਾ ਚਾਹੁੰਦੇ ਆ ਪੜ੍ਹਾਈ ਵਾਸਤੇ ਅਤੇ ਫਿਰ ਆ ਕੇ ਇੱਥੇ ਪੀਆਰ ਲੈ ਕੇ ਰਹਿਣਾ ਚਾਹੁੰਦੇ, ਤੁਸੀਂ ਇਹਨਾਂ ਲਈ ਕੋਈ ਇਹਨਾਂ ਲਈ ਕੋਈ ਮੈਸੇਜ ਹੈਗਾ ਤੁਹਾਡੇ ਲਈ ਇਹਨਾਂ ਨੂੰ ਦੇਣ ਵਾਸਤੇ? ਓਕੇ, ਮੈਸੇਜ ਇਹੀ ਹੈ ਕਿ ਫਿਲਹਾਲ ਵਾਸਤੇ ਕਈ ਸਟੂਡੈਂਟਸ ਕਹਿੰਦੇ ਨੇ ਕਿ ਅਸੀਂ ਸਪੈਸੀਫਿਕ ਸਿਟੀਜ਼ 'ਚ ਜਾਣਾ, ਜਾਂ ਟੋਰਾਂਟੋ 'ਚ ਜਾਣਾ ਹੈ ਜਾਂ ਫਿਰ ਕੈਲਗਰੀ ਜਾਣਾ ਹੈ, ਅਤੇ ਉਹ ਇੱਦਾਂ ਨਾ ਕਰਨ। ਜਿੱਥੇ ਤੁਹਾਨੂੰ ਕੋਈ ਤੁਹਾਡਾ ਕੰਸਲਟੈਂਟ ਤੁਹਾਨੂੰ ਗਾਈਡੈਂਸ ਦਿੰਦਾ ਹੈ, ਉਹਦੀ ਗਾਈਡੈਂਸ ਲੈਣ, ਉਹਦੀ ਸਲਾਹ ਦੇ ਨਾਲ ਥੋੜ੍ਹਾ ਚੱਲਣ, ਕਿਉਂਕਿ ਟੋਰਾਂਟੋ ਜਾਂ ਫਿਰ ਜਿਹੜੇ ਵੱਡੇ ਸ਼ਹਿਰ ਆ, ਇਹਨਾਂ ਵਿੱਚ ਸਟੂਡੈਂਟਸ ਬਹੁਤ ਜ਼ਿਆਦਾ ਆ ਗਏ ਹੋਏ ਨੇ। ਅਤੇ ਫਿਰ ਜਦੋਂ ਆਪਾਂ ਐਜ਼ ਅ ਸਟੂਡੈਂਟ ਚੱਲਦਾ ਜਾਂਦੇ ਆ, ਪਰ ਜਦੋਂ ਫਿਰ ਆਪਾਂ ਨੂੰ ਪੀਆਰ ਲੈਣੀ ਹੁੰਦੀ ਹੈ, ਉਹ ਫਿਰ ਫਾਈਲਸ ਦੀ ਪ੍ਰੋਸੈਸਿੰਗ ਵਾਸਤੇ ਬੜਾ ਟਾਈਮ ਲੱਗਦਾ ਹੈ। ਅਤੇ ਫਾਈਲਸ ਕਈ ਵਾਰ ਤਾਂ ਕਈਆਂ ਨੂੰ ਫਾਈਲਸ ਫਿਲ ਹੋ ਜਾਂਦੀਆਂ ਨੇ, ਉਹਨਾਂ ਦਾ ਨੰਬਰ ਹੀ ਨਹੀਂ ਆਉਂਦਾ। ਅਤੇ ਫਿਰ ਇਸ ਕਰਕੇ ਉੱਥੇ ਫਿਰ ਟਾਈਮ ਉਹਨਾਂ ਨੂੰ ਫਿਰ, ਕਿਉਂਕਿ ਵਰਕ ਪਰਮਿਟ 'ਤੇ ਵੀ ਹੁੰਦੇ ਨੇ, ਵਰਕ ਪਰਮਿਟ ਵੀ ਐਕਸਪਾਇਰ ਹੋਣ ਵਾਲਾ ਹੁੰਦਾ ਹੈ, ਅਤੇ ਫਿਰ ਟਾਈਮ ਵੀ ਘੱਟ ਹੁੰਦਾ ਹੈ। ਪੀਆਰ ਨੇ ਵੀ ਆਪਣਾ ਪ੍ਰੋਸੈਸ ਟਾਈਮ ਲਾਉਣਾ ਹੈ, ਤਾਂ ਫਿਰ ਐਜ਼ ਏ ਤੁਹਾਡੀ ਕੰਸਲਟੈਂਟ ਜੋ ਤੁਹਾਨੂੰ ਗਾਈਡ ਕਰਦਾ ਹੈ, ਉਹ ਜਿੱਦਾਂ ਨੋਵਾ ਸਕੋਸ਼ੀਆ, ਜਿੱਦਾਂ ਜਿਹੜੇ ਦੂਸਰੇ ਪ੍ਰੋਵਿੰਸ ਆ ਉਹਨਾਂ ਵਿੱਚ ਜਾਣਾ। ਅਤੇ ਜਦੋਂ ਪੀਆਰ ਮਿਲ ਜਾਂਦੀ ਹੈ ਫਿਰ ਲੈ ਕੇ ਵੱਡੇ ਸ਼ਹਿਰ 'ਚ ਜਾ ਸਕਦੇ? ਹਾਂਜੀ, ਫਿਰ ਇਹ ਭਾਵੇਂ ਜਿੱਥੇ ਮਰਜ਼ੀ ਚਲੋ। ਤੁਸੀਂ ਰਾਈਟ ਵੇ ਜਾ ਸਕਦੇ ਹੋ ਪੀਆਰ ਲੈ ਕੇ, ਕਿ ਤੁਹਾਨੂੰ ਥੋੜ੍ਹੀ ਦੇਰ ਉਸ ਪ੍ਰੋਵਿੰਸ 'ਚ ਰਹਿਣਾ ਪੈਂਦਾ? ਇਹ ਡਿਪੈਂਡ ਕਰਦਾ ਜੋਬ 'ਤੇ। ਕਈ ਜੋਬਸ ਵਿੱਚ ਆਪਾਂ ਕੰਟਰੈਕਟ ਕਰਦੇ ਆ ਕਿ ਹਾਂ ਵੀ ਅਸੀਂ ਇੱਥੇ ਅਸੀਂ ਤੁਹਾਡੇ ਸਟੋਰ 'ਤੇ ਕੰਮ ਕਰਾਂਗੇ, ਕਿਉਂਕਿ ਆਪਾਂ ਨੂੰ ਇੱਕ ਲੈਟਰ ਚਾਹੀਦੀ ਹੁੰਦੀ ਹੈ ਆਪਣੇ ਇੰਪਲੋਈ ਵੱਲੋਂ ਕਿ ਜਦੋਂ ਆਪਾਂ ਪੀਆਰ ਲਾਉਣੀ ਹੁੰਦੀ, ਅਤੇ ਉਹ ਕਈ ਵਾਰ ਉਹ ਕੰਟਰੈਕਟ ਹੁੰਦਾ ਹੈ, ਅਤੇ ਜਦੋਂ ਆਪਾਂ ਕੰਟਰੈਕਟ ਤੋਂ ਪਹਿਲਾਂ ਫਿਰ ਨਹੀਂ ਜਾ ਸਕਦੇ।
ਤੇ ਫਿਰ ਜਿਵੇਂ ਤੁਸੀਂ ਬਹੁਤ ਛੋਟੇ ਸ਼ਹਿਰ ਚ ਆਏ, ਸਿਡਨੀ ਨੋਵਾ ਸਕੋਸ਼ੀਆ ਬਹੁਤ ਹਾਂਜੀ। ਛੋਟਾ ਕੇਪ ਬ੍ਰੈਟਨ, ਹਾਂਜੀ। ਤੁਸੀਂ ਆਏ ਔਰ 2 ਸਾਲ ਕੱਟ ਲਏ, ਫਿਰ ਤੁਸੀਂ ਹਾਂਜੀ। ਹੈਲੀਫੈਕਸ ਆ ਗਏ। ਹਾਂਜੀ। ਤੁਹਾਡਾ ਹੁਣ ਹੈਲੀਫੈਕਸ ਪੀਆਰ ਵੀ ਜਲਦੀ ਲੱਗ ਜਾਂਦਾ ਹਾਂਜੀ। ਆਂਟਰੀਓ ਨਾਲੋਂ। ਹਾਂਜੀ। ਤੇ ਬਹੁਤ ਅੱਛਾ ਮੈਸੇਜ ਦਿੱਤਾ ਤੁਸੀਂ ਸਾਰਿਆਂ ਨੂੰ। ਹਾਂਜੀ, ਹਾਂ, thank you. ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ Thank ਲਈ you, thank you, ਤੇ ਨੀਰਜ। ਥੈਂਕ ਯੂ ਫॉर ਵਾਚਿੰਗ।